ਹਾਲੇਲੂਇਆ ਪ੍ਰੇਜ਼ ਦ ਲਾਰਡ। ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇਹ ਦਿਨ ਬਖਸ਼ਿਆ, ਅੱਜ ਦਾ ਦਿਨ ਦਿਖਾਇਆ। ਅੱਜ ਅਸੀਂ ਪੜ੍ਹਾਂਗੇ ਮੱਤੀ 13 ਦੀ 24 ਤੋਂ 30 ਐਤ ਤੱਕ ਪੜ੍ਹਾਂਗੇ। ਇਹਦੇ ਵਿੱਚ ਕਣਕ ਬਾਰੇ ਔਰ ਜੰਗਲੀ ਬੂਟੀ ਬਾਰੇ ਪ੍ਰਭੂ ਯਿਸੂ ਮਸੀਹ ਦ੍ਰਿਸ਼ਟਾਂਤ ਵਿੱਚ ਲੋਕਾਂ ਨੂੰ ਦੱਸ ਰਹੇ ਨੇ। ਠੀਕ ਹੈ ਜੀ, ਚਲੋ ਸ਼ੁਰੂ ਕਰੀਏ। ਉਸ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ, ਭਈ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ, ਜਿਹਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। ਪਰ ਜਦ ਲੋਕ ਸੌ ਰਹੇ ਸਨ ਤਦ ਉਹਦਾ ਵੈਰੀ ਆਇਆ ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਔਰ ਜਦ ਅੰਗੂਰੀ ਨਿਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਘਰ ਦਾ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹਨੂੰ ਆਖਿਆ, ਭਲਾ ਸਵਾਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ? ਉਹਨੇ ਉਹਨਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹਨੂੰ ਆਖਿਆ, ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਇਕੱਠਾ ਕਰੀਏ। ਪਰ ਉਹਨੇ ਕਿਹਾ, ਨਾ ਮਤੇ, ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ। ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵੱਢਣ ਦਿਓ। ਔਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ, ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੁੱਲੀਆਂ ਬੰਨੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ। ਠੀਕ ਹੈ ਜੀ, ਇਹਦਾ ਮਤਲਬ ਸਾਫ਼ ਹੈ। ਪਰ ਜਿਹੜਾ ਕੋਈ ਪਰਮੇਸ਼ਰ ਦੇ ਵਚਨਾਂ 'ਤੇ ਚੰਗੀ ਤਰ੍ਹਾਂ ਚੱਲਦਾ ਆ, ਜਿਹੜਾ ਰੋਜ਼ ਸੁਣਦਾ, ਜਿਹੜਾ ਪ੍ਰਚਾਰ ਸੁਣਦਾ, ਉਹਨੂੰ ਇਹ ਮਤਲਬ ਕਿ ਦ੍ਰਿਸ਼ਟਾਂਤ ਦਾ ਚੰਗੀ ਤਰ੍ਹਾਂ ਪਤਾ ਹੋਵੇਗਾ। ਜਿਹੜਾ ਖੇਤ ਵਾ ਉਹ ਜਗਤ ਨੂੰ ਦਰਸਾਉਂਦਾ ਹੈ। ਚੰਗਾ ਬੀਜ ਚੰਗੀ ਕਲੀਸਿਆ ਨੂੰ, ਚੰਗੇ ਵਿਸ਼ਵਾਸੀ ਨੂੰ ਦਰਸਾਉਂਦਾ ਆ। ਔਰ ਜਿਹੜੇ ਵਾਢੇ ਆ ਉਹ ਕਿਹਨੂੰ ਦਰਸਾਉਂਦਾ? ਪਰਮੇਸ਼ਰ ਦੇ ਸੇਵਕਾਂ ਨੂੰ ਦਰਸਾਉਂਦਾ ਆ ਜੀ। ਠੀਕ ਹੈ ਜੀ, ਜਿਹੜਾ ਬੀ ਆ ਉਹ ਬੱਚਨ ਨੂੰ ਵੀ ਦਰਸਾਉਂਦਾ ਆ। ਠੀਕ ਹੈ ਜੀ, ਤੇ ਮਾਲਕ ਕੌਣ ਆ? ਪ੍ਰਭੂ ਯਿਸੂ ਮਸੀਹ। ਠੀਕ ਹੈ ਜੀ, ਇਹਦਾ ਮਤਲਬ ਸਿੱਧਾ ਜੰਗਲੀ ਬੂਟੀ ਕਿਹੜੀ ਆ? ਜੰਗਲੀ ਬੂਟੀ ਪਾਪ ਆ। ਠੀਕ ਹੈ ਜੀ, ਜਿਨ੍ਹਾਂ ਦੇ ਮਨ ਵਿੱਚ ਪਾਪ ਭਰਿਆ ਹੋਇਆ, ਜਿਹੜੇ ਨਹੀਂ ਪਰਮੇਸ਼ਰ ਦੇ ਹੁਕਮਾਂ 'ਤੇ ਚੱਲਦੇ ਆ, ਉਹ ਜਿਹੜੇ ਆ ਜੰਗਲੀ ਬੂਟੀ ਨੂੰ ਦਰਸਾਏ ਗਏ ਆ। ਠੀਕ ਹੈ ਜੀ, ਤੇ ਇਹਦਾ ਮਤਲਬ ਇਹ ਜਿਹੜੇ ਦ੍ਰਿਸ਼ਟਾਂਤ ਆ ਨਾ, ਸਿੱਧਾ ਅੰਤ ਦੇ ਦਿਨ ਨੂੰ ਵੀ ਦਰਸਾਉਂਦਾ ਆ। ਠੀਕ ਆ ਜੀ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਖੇਤ ਵਾ ਉਹ ਜਗਤ ਆ। ਠੀਕ ਆ ਜੀ, ਜਿਹੜੀ ਬੀਜ ਵਾ, ਚੰਗਾ ਬੀਜ ਆ, ਉਹ ਪਰਮੇਸ਼ਰ ਦੇ ਲੋਕਾਂ ਨੂੰ ਦਰਸਾਉਂਦਾ, ਬੱਚਨ ਨੂੰ ਵੀ ਦਰਸਾਉਂਦਾ ਆ। ਠੀਕ ਹੈ ਜੀ, ਤੇ ਬਾਕੀ ਜਿਹੜੇ ਮਤਲਬ ਕਿ ਜਿਹੜੇ ਵਾਢੇ ਆ ਉਹ ਪਰਮੇਸ਼ਰ ਦੇ ਸੇਵਕਾਂ ਨੂੰ ਦਰਸਾਉਂਦੇ ਆ। ਠੀਕ ਹੈ ਜੀ, ਤੇ ਇੱਦਾਂ ਹੀ ਛਾਨਣਾ ਲੱਗਣਾ ਆ। ਠੀਕ ਹੈ ਜੀ, ਅੰਤ ਦੇ ਟਾਈਮ ਵਿੱਚ ਜਿਹੜਾ ਤਾਂ ਮਤਲਬ ਕਿ ਅੰਤ ਤੋੜੀ ਸਹੂਗਾ ਸੋ ਹੀ ਬਚਾਇਆ ਜਾਊਗਾ। ਠੀਕ ਹੈ ਜੀ, ਵਾਢਿਆਂ ਦਾ ਮਤਲਬ ਇਹ ਵੀ ਆ, ਵਾਢਿਆਂ ਦਾ ਮਤਲਬ ਫਰਿਸ਼ਤੇ ਵੀ ਆਪਾਂ ਕਹਿ ਸਕਦੇ ਹਾਂ। ਕਿਉਂਕਿ ਇੱਦਾਂ ਨਾ, ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਦੇ ਹਾਂ, ਦੱਸਦੇ ਨਾ ਕਿ ਉਹ ਆਪਣੇ ਫਰਿਸ਼ਤਿਆਂ ਨੂੰ ਹੁਕਮ ਦਿੰਦਾ ਕਿ ਉਹਦੇ ਜਿਹੜੇ ਕਲੀਸਿਆ, ਜਿਹੜੇ ਈਮਾਨ ਵਿੱਚ ਪੱਕੇ ਆ, ਉਹਨਾਂ ਨੂੰ ਚਾਰੋਂ ਕੂਟਾਂ ਤੋਂ ਇਕੱਠਾ ਕਰੇ। ਠੀਕ ਹੈ ਜੀ, ਪਰ ਇਹ ਅਸੀਂ ਕੋਈ ਪੱਕਾ ਨਹੀਂ ਕਹਿ ਸਕਦੇ। ਠੀਕ ਹੈ ਜੀ, ਇਹ ਮੇਰੇ ਆਪਣੇ ਥੋਟਸ ਆ, ਇਸ ਕਰਕੇ ਤੁਸੀਂ ਮਤਲਬ ਕਿ ਮੈਨੂੰ ਇਹ ਪਰਮੇਸ਼ਰ ਨੇ ਹੁਣੀ ਗਾਈਡੈਂਸ ਦਿੱਤੀ ਆ। ਠੀਕ ਹੈ ਜੀ, ਹੁਣੀ, ਕਿਉਂਕਿ ਆਪਾਂ ਇਹਨੂੰ ਕੁਛ ਵੀ ਲਾ ਸਕਦੇ, ਕਹਿਣ ਦਾ ਮਤਲਬ ਤਾਂ ਐਕੂਰੇਟ ਲੱਗਣਾ ਚਾਹੀਦਾ ਉੱਪਰ, ਕਿਉਂਕਿ ਅਸੀਂ ਪਰਮੇਸ਼ਰ ਦੇ ਭੇਤਾਂ ਨੂੰ ਨਹੀਂ ਜਾਣਦੇ। ਠੀਕ ਹੈ ਜੀ, ਤੇ ਬਾਕੀ ਗੱਲ ਇਹ ਆ ਕਿ ਅੰਤ ਦੇ ਸਮੇਂ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹੜੇ ਆਪਣੇ ਫਰਿਸ਼ਤਿਆਂ ਨੂੰ ਜਾਂ ਆਪਣੇ ਸੇਵਕਾਂ ਨੂੰ ਕਹੇਗਾ ਕਿ ਦੋਨੇ ਜਿਹੜੇ ਆ ਉਹਨੂੰ ਨਾ ਪੁੱਟਿਓ। ਕਹਿਣ ਦਾ ਮਤਲਬ ਇਹ ਆ ਕਿ ਕਣਕ ਨੂੰ ਵੀ ਰਹਿਣ ਦਿਓ, ਚੰਗੇ ਵਿਸ਼ਵਾਸੀਆਂ ਨੂੰ ਵੀ ਰਹਿਣ ਦਿਓ, ਤੇ ਜੰਗਲੀ ਬੂਟੀ ਨੂੰ ਵੀ ਰਹਿਣ ਦਿਓ ਹਲੇ। ਜਦੋਂ ਅੰਤ ਦਾ ਟਾਈਮ, ਜਦੋਂ ਪ੍ਰਭੂ ਯਿਸੂ ਮਸੀਹ ਨੇ ਅੰਤ ਦੇ ਟਾਈਮ ਨੂੰ ਸਾਰਿਆਂ ਦਾ ਨਿਆਂ ਕਰਨਾ, ਉਦੋਂ ਅਲੱਗ ਕੀਤੇ ਜਾਣੇ। ਭੇਡਾਂ ਤੇ ਬੱਕਰੀਆਂ ਦੋਨੇ ਹੀ ਅਲੱਗ ਕੀਤੀਆਂ ਜਾਣੀਆਂ। ਉਸੇ ਤਰ੍ਹਾਂ ਇਹ ਜਿਹੜਾ ਜੰਗਲੀ ਬੂਟੀ ਤੇ ਕਣਕ ਇੱਦਾਂ ਮਤਲਬ ਕਿ ਅਲੱਗ ਕੀਤੀ ਜਾਂਦੀ ਹੈ। ਠੀਕ ਹੈ ਜੀ, ਤੇ ਜਿਹਨਾਂ ਨੇ ਤਾਂ ਚੰਗੇ ਕੰਮ ਕੀਤੇ ਆ, ਇੱਥੇ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਜਿਹੜੇ ਕਣਕ ਆ ਉਹ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ। ਕੋਠੇ ਕਿਹੜੇ ਆ?
ਸਵਰਗ ਨੂੰ ਦਿਖਾਉਣਾ ਕੋਠੇ, ਜਿੱਥੇ ਮਤਲਬ ਕਿ ਚੋਰ ਸੰਨ ਨਹੀਂ ਮਾਰਦਾ ਤੇ ਨਾ ਹੀ ਕੀੜਾ, ਤੁਹਾਡੇ ਧਨ ਨੂੰ ਕੀੜਾ ਨਹੀਂ ਲੱਗਦਾ। ਠੀਕ ਆ ਜੀ। ਬਾਕੀ ਗੱਲ ਇੱਦਾਂ ਆ ਕਿ ਪ੍ਰਭੂ ਯਿਸੂ ਮਸੀਹ ਜਦੋਂ ਨਿਆਂ ਕਰੇਗਾ ਉਦੋਂ ਸਾਰਿਆਂ ਦੀ ਪਛਾਣ ਹੋ ਜਾਣੀ ਹੈ। ਜਿਨ੍ਹਾਂ ਨੇ ਹਨੇਰੇ ਵਿੱਚ ਜਿਹੜੇ ਕੰਮ ਕੀਤੇ ਆ ਉਹ ਸਾਰੇ ਖੁੱਲ੍ਹਣੇ ਆ। ਤੇ ਬਾਈਬਲ ਸਾਨੂੰ ਇਹ ਦੱਸਦੀ ਆ ਕਿ ਜਿਹਦਾ ਨਾਮ ਜੀਵਨ ਦੀ ਪੋਥੀ ਵਿੱਚ ਨਾ ਮਿਲਿਆ ਗਿਆ ਉਹ ਕਿੱਥੇ ਜਾਵੇਗਾ, ਫਿਰ ਉਹ ਨਰਕ 'ਚ ਜਾਵੇਗਾ ਫਿਰ। ਠੀਕ ਹੈ ਜੀ। ਬਾਕੀ ਇੱਦਾਂ ਆ ਕਿ ਅਸੀਂ ਕਣਕ ਬਣਨਾ ਆ, ਅਸੀਂ ਪਰਮੇਸ਼ਰ ਦੇ ਸੱਚੇ ਵਿਸ਼ਵਾਸੀ ਬਣਨਾ ਤਾਂ ਕਿ ਅਸੀਂ ਸਵਰਗ ਦੇ ਰਾਜ ਦੇ ਭਾਗੀਦਾਰ, ਮੂੰਹ ਨਾਲ ਕਹਿਣ ਨਾਲ ਨਹੀਂ ਬਣਨਾ ਕਿ ਹਾਂ ਅਸੀਂ ਸਵਰਗ ਅਸੀਂ ਚੁਣੇ ਹੋਏ ਆ, ਅਸੀਂ ਪਰਮੇਸ਼ਰ ਦੇ ਦਾਸ ਆ, ਅਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ, ਇੱਦਾਂ ਨਹੀਂ ਬਣ ਕੇ ਵੀ ਦਿਖਾਉਣਾ ਆ, ਮੂੰਹ ਨਾਲ ਨਹੀਂ। ਪ੍ਰਭੂ ਯਿਸੂ ਮਸੀਹ ਕਹਿੰਦੇ ਜਿਹੜਾ ਮੈਨੂੰ ਮੂੰਹੋਂ ਪ੍ਰਭੂ ਕਹਿੰਦਾ ਆ ਉਹਨੂੰ ਮੈਂ ਅੰਤ ਦੇ ਟਾਈਮ ਜਦੋਂ ਮਤਲਬ ਕਿ ਨਿਆਂ ਹੋਊਗਾ ਉਹਨੂੰ ਮੈਂ ਕਹੂੰਗਾ ਕਿ ਮੈਂ ਤੈਨੂੰ ਨਹੀਂ ਜਾਣਦਾ। ਜਿੱਦਾਂ 10 ਕੁਵਾਰੀਆਂ ਬਾਰੇ ਪੜ੍ਹਿਆ ਨਾ ਅਸੀਂ ਪਿਛਲੀ ਵਾਰੀ ਕਿ 10 ਕੁਵਾਰੀਆਂ ਬਾਰੇ ਕਿ 5 ਮੂਰਖ 5 ਚਤਰ ਸੀ। ਜਿਹੜੀਆਂ ਚਤਰ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਚਲੀਆਂ ਗਈਆਂ। ਜਿਹੜਾ ਰਾਜਾ ਕੌਣ ਆ ਸਾਡਾ? ਪ੍ਰਭੂ ਯਿਸੂ ਮਸੀਹ, ਉਹਦੇ ਨਾਲ ਚਲੀਆਂ ਗਈਆਂ। ਤੇ ਜਿਹੜੀਆਂ ਸੁਸਤੀ ਵਾਲੀਆਂ ਸੀ, ਠੀਕ ਆ ਜੀ, ਜਿਨ੍ਹਾਂ ਦੇ ਮਨ ਪੱਕੇ ਨਹੀਂ ਸੀ, ਮਨ ਘੱਟ ਸੀ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦਾ ਮਸਾ ਨਹੀਂ ਸੀ, ਉਹ ਫੇਰ ਸੌ ਗਈਆਂ ਮਤਲਬ ਕਿ ਬਸ ਢਿੱਲੀਆਂ ਪੈ ਗਈਆਂ। ਠੀਕ ਆ ਜੀ। ਸਾਨੂੰ ਕਣਕ ਬਣਨਾ ਆ। ਠੀਕ ਆ ਜੀ। ਕਣਕ ਬਣਨਾ ਤੇ ਪਰਮੇਸ਼ਰ ਦੇ ਰਾਜ ਵਿੱਚ ਖੜੇ ਹੋਣਾ ਆ। ਤੇ ਮੇਰੇ ਅਜ਼ੀਜ਼ੋ, ਖੜੇ ਰਹੋ ਤੇ ਅੜੇ ਰਹੋ, ਪਰ ਸਾਡਾ ਇੱਦਾਂ ਵੀ ਪਰਤਾਵੇ ਵਿੱਚ ਜਾਣਾ ਵੀ ਜ਼ਰੂਰੀ ਆ। ਬਾਈਬਲ ਸਾਨੂੰ ਇਹ ਦੱਸਦੀ ਆ ਕਿ ਪਰਮੇਸ਼ਰ ਕਹਿੰਦੇ ਆ ਕਿ ਜੇ ਤੁਹਾਡੇ ਤੇ ਪਰਤਾਵਾ ਨਾ ਆਵੇ ਤੁਸੀਂ ਹਰਾਮ ਦੇ ਹੋ। ਠੀਕ ਹੈ ਜੀ। ਬਾਈਬਲ 'ਚ ਬਿਲਕੁਲ ਸਪਸ਼ਟ ਗੱਲ ਲਿਖੀ ਆ। ਤੇ ਜਿੰਨੇ ਬਾਈਬਲ ਦੱਸਦੀ ਨਾ ਕਿ ਜਿੰਨੀ ਚਿਰ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ ਉਹ ਫਲਦਾਰ ਨਹੀਂ ਹੁੰਦਾ। ਇਸੇ ਤਰ੍ਹਾਂ ਸਾਨੂੰ ਵੀ ਜਿੱਦਾਂ ਸੋਨੇ ਨੂੰ ਅੱਗ ਵਿੱਚ ਤਾਇਆ ਜਾਂਦਾ, ਇਸੇ ਤਰ੍ਹਾਂ ਸਾਡੇ ਦੇ ਵੀ ਪਰਖ ਹੋਣੀ ਤਾਂ ਅਸੀਂ ਹਰ ਇੱਕ ਪਰਖ ਨੂੰ ਪਾਰ ਕਰਨਾ ਹੈ, ਡਰਨਾ ਨਹੀਂ ਹੈ। ਬਾਈਬਲ ਸਾਨੂੰ ਇਹ ਦੱਸਦੀ ਆ ਕਿ ਚਿੰਤਾ ਕਰਨ ਨਾਲ ਨਾ ਤੁਸੀਂ ਇੱਕ ਪਲ ਵਧਾ ਸਕਦੇ ਨਾ ਇੱਕ ਪਲ ਘਟਾ ਸਕਦੇ ਆ। ਠੀਕ ਹੈ ਜੀ। ਤੇ ਬਸ ਇਹ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਆਪਾਂ। ਤੇ ਆਸ਼ਾ ਕਰਦੀ ਹਾਂ ਕਿ ਤੁਸੀਂ ਇਸ ਵਚਨ ਨੂੰ ਆਪਣੇ ਦਿਲ ਦੀ ਗਹਿਰਾਈ ਨਾਲ ਜਮ੍ਹਾਂ ਕੀਤਾ ਹੋਵੇਗਾ ਔਰ ਇਸ 'ਤੇ ਅਮਲ ਕੀਤਾ ਹੋਵੇਗਾ। ਠੀਕ ਹੈ ਜੀ। ਕਿਉਂਕਿ ਜੇ ਤਾਂ ਤੁਸੀਂ ਅਮਲ ਕਰੋਗੇ ਤਾਂ ਤੁਹਾਡੇ ਲਈ ਫਾਇਦਾ। ਜੇ ਤਾਂ ਤੁਸੀਂ ਕਹੋ ਨਾ ਕਿ ਮਾਂ ਧੀ ਲਈ ਕਹਿ ਦੇਵੇ ਕਿ ਮੈਂ ਇਹਦੇ ਪਾਪਾ ਨੂੰ ਮਤਲਬ ਕਿ ਇਹਦੇ ਘਰ ਮੈਂ ਗੁਨਾਹ ਮਤਲਬ ਕਿ ਜਿੱਦਾਂ ਕਹਿੰਦੇ ਨਾ ਵੀ ਆਪਾਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਮੈਂ ਇਹਦੇ ਪਾਪਾ ਦੀ ਸਜ਼ਾ ਭੁਗਤ ਲਊਂਗੀ ਜਾਂ ਮੈਂ ਇੱਦਾਂ ਨਹੀਂ ਹੋਣਾ, ਜਿੱਦਾਂ ਜਿਹਨੇ ਕੀਤਾ ਨਾ ਉਹਦੇ ਹਿਸਾਬ ਨਾਲ ਉਹਨੂੰ ਹੀ ਚੱਲਣਾ ਪੈਣਾ ਹੈ। ਜੇ ਤਾਂ ਉਹਨੇ ਚੰਗੇ ਕੰਮ ਕੀਤੇ ਤਾਂ ਸਵਰਗ 'ਚ ਜਾਵੇਗਾ। ਠੀਕ ਹੈ ਜੀ। ਤਾਂ ਜੇ ਉਹਨੇ ਮਾੜੀ ਕੰਮ ਕੀਤੇ ਫਿਰ ਤਾਂ ਰਾਹ ਨਰਕ ਦਾ ਖੁੱਲ੍ਹਾ ਹੀ ਆ। ਠੀਕ ਹੈ ਜੀ। ਤੁਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਅੱਧੇ ਕੁ ਤੁਹਾਡੇ ਪਰਿਵਾਰ ਦੇ ਜਿਹੜੇ ਜੀਅ ਆ ਉਹ ਸਵਰਗ 'ਚ ਆਉਣ ਅਤੇ ਅੱਧੇ ਕੁ ਨਰਕ 'ਚ, ਇੱਦਾਂ ਨਹੀਂ ਨਾ ਚਾਹੁੰਦੇ। ਇਸ ਕਰਕੇ ਤੁਸੀਂ ਇਹੀ ਕੋਸ਼ਿਸ਼ ਕਰੋ ਕਿ ਆਪਣੇ ਪਰਿਵਾਰਾਂ ਨੂੰ ਇਹ ਵਚਨ ਦੱਸੋ ਔਰ ਖੁਦ ਵੀ ਅਮਲ ਕਰੋ। ਠੀਕ ਹੈ ਜੀ। ਕਿਉਂਕਿ ਮੇਰੇ ਅਜ਼ੀਜ਼ੋ ਅੰਤ ਬਹੁਤ ਨਜ਼ਦੀਕ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪ੍ਰਭੂ ਯਿਸੂ ਮਸੀਹ ਨੇ ਕਦੋਂ ਆਉਣਾ। ਠੀਕ ਹੈ ਜੀ। ਬਾਈਬਲ ਸਾਨੂੰ ਇਹ ਦੱਸਦੀ ਆ ਕਿ ਉਹ ਨੌਕਰ ਬਹੁਤ ਚੰਗਾ ਹੈ ਜਿਹੜਾ ਆਪਣੇ ਮਾਲਕ ਦੀ ਉਡੀਕ ਵਿੱਚ ਰਹਿੰਦਾ ਆ, ਤੇ ਜਿਹੜਾ ਨਹੀਂ ਰਹਿੰਦਾ ਫਿਰ ਉਹ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਹੀ ਬਾਈਬਲ 'ਚ ਪੜ੍ਹਿਆ ਹੀ ਆ। ਠੀਕ ਹੈ ਜੀ। ਕੀ ਹਾਲ ਹੁੰਦਾ ਉਹਦਾ, ਫਿਰ ਉਹਦਾ ਹਿੱਸਾ ਜਿਹੜਾ ਅਧਰਮੀਆਂ ਨਾਲ ਗਿਣਿਆ ਜਾਂਦਾ ਆ। ਠੀਕ ਹੈ ਜੀ। ਚਲੋ ਠੀਕ ਹੈ ਜੀ। ਅੱਜ ਅਸੀਂ ਇਹ ਮਤਲਬ ਕਿ ਬਹੁਤ ਇੰਨਾ ਜੈਮਸ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਠੀਕ ਹੈ ਜੀ। ਤੇ ਅਗਲੀ ਵਾਰੀ ਅਸੀਂ ਇੱਕ ਹੋਰ ਨਵੇਂ ਟੌਪਿਕ ਬਾਈਬਲ ਸਟੋਰੀ ਲੈ ਕੇ ਜਾਂ ਮਤਲਬ ਕਿ ਦ੍ਰਿਸ਼ਟਾਂਤ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਠੀਕ ਹੈ ਜੀ। ਸਭ ਨੂੰ ਜੈ ਮਸੀਹ ਕੀ। ਪ੍ਰੇਜ਼ ਦਾ ਲਾਰਡ। ਗੋਡ ਬਲੈਸ ਯੂ। ਆਮੀਨ।